ਵੰਦਨ ਕੁਵਾਰ ਸਰਬ ਕਲਾ ਸਮਰੱਥ ਡੋਲਣ ਦੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਜੇਤਾ ਜੀਉ ਪਿਨ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸਾਪ ਕੁੰਚ ਛੋੜੈ ਬਿਖ ਨਹੀਂ ਛਾੜੈ ਉਦਕ ਮਾਏ ਜੈਸੇ ਬਾਗ ਧਿਆਨ ਮਾਡੈ ਕਾਹੇ ਕੋ ਕੀਜੈ ਧਿਆਨ ਜਪੰਨਾ ਜਬ ਤੇ ਸੁਧ ਨਾਹੀ ਮਨ ਆਪਣਾ ਰਹਾਓ ਸਿੰਘਚ ਭੋਜਨ ਜੋ ਨ ਜਾਣੈ ਐਸੇ ਹੀ ਠਗ ਦਿਓ ਵਖਾਨੈ ਨਾਮੇ ਕੇ ਸੁਆਮੀ ਲਾਏ ਲੈ ਝਗਰਾ ਰਾਮ ਰਸਾਇਨ ਪਿਓ ਰੇ ਜਗਰਾ ਨਾਮੇ ਕੇ ਸੁਆਮੀ ਲਾਏ ਲੈ ਝਗਰਾ ਰਾਮ ਰਸਾਇਨ ਪਿਓ ਰੇ ਜਗਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰਬਾਣੀ ਦੀ ਜੋ ਲੜੀਵਾਰ ਕਥਾ ਵਿਚਾਰ ਇਸ ਪਾਵਨ ਸਥਾਨ 'ਤੇ ਚੱਲ ਰਹੀ ਹੈ, ਜਿਸ ਦੇ ਤਹਿਤ ਭਗਤ ਨਾਮਦੀਪ ਜੀ ਦਾ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਨਾਮਦੇਵ ਜੀ ਜੋ ਉਪਦੇਸ਼ ਕਰ ਰਹੇ ਹਨ, ਸੰਸਾਰ ਦੇ ਅੰਦਰ ਆਪਾਂ ਵੇਖੀਏ ਜਿੱਥੇ ਦੁਨੀਆ ਦੀ ਕਿਰਤ ਦੇ ਵਿੱਚ ਪਖੰਡ ਚੱਲਦਾ ਹੈ, ਉੱਥੇ ਧਰਮ ਦੀ ਦੁਨੀਆ ਦੇ ਵਿੱਚ ਵੀ ਬੜਾ ਪਖੰਡ ਬੜਾ ਪਰਪੰਚ ਚੱਲਦਾ ਹੈ। ਪਖੰਡ ਦਾ ਭਾਵ ਕੀ ਹੈ ਕਿ ਦਿਖਾਣਾ ਕੁਝ ਹੋਰ ਹੈ, ਵੇਚਣਾ ਕੁਝ ਹੋਰ ਹੈ। ਆਪਾਂ ਵੇਖਦੇ ਹਾਂ ਬਾਜ਼ਾਰ ਭਰੇ ਪਏ ਹਨ ਨਕਲੀ ਚੀਜ਼ਾਂ ਦੇ ਨਾਲ, ਪਰ ਉਹਨਾਂ ਦੇ ਉੱਪਰ ਜਿਹੜੀ ਮੋਹਰ ਲਾਈ ਹੈ ਉਹ ਅਸਲ ਲਾਈ ਹੋਈ ਹੈ, ਔਰ ਬੜੇ ਬੜੇ ਦਾਅਵੇ ਕੀਤੇ ਜਾਂਦੇ ਨੇ। ਉਹਦਾ ਭਾਵ ਕੀ ਹੈ? ਸੰਸਾਰ ਨੂੰ, ਮਨੁੱਖ ਨੂੰ ਠੱਗਣਾ ਹੈ। ਬਹੁਤੀ ਗਿਣਤੀ ਐਸੇ ਲੋਕਾਂ ਦੀ ਹੈ, ਪਰ ਕੁਝ ਐਸੇ ਵੀ ਲੋਕ ਹੁੰਦੇ ਨੇ ਜਿਹੜੇ ਆਪਣੀ ਕਿਰਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਦੇ। ਆਪਾਂ ਵੇਖਦੇ ਹਾਂ ਉਹਨਾਂ ਦੀ ਦੁਕਾਨ 'ਤੇ ਗਾਹਕ ਵੀ ਉਹੀ ਜਾਂਦੇ ਨੇ ਜਿਹੜੇ ਅਸਲ ਦੇ ਖਰੀਦਦਾਰ ਹੁੰਦੇ ਨੇ। ਜਿਹੜੀ ਠੱਗਬਾਜ਼ ਹੈ, ਪਖੰਡ ਹੈ, ਇਹਦੇ ਚੱਲਣ ਦਾ ਕਾਰਨ ਕਿ ਦੁਨੀਆ ਹੀ ਉਸ ਚੀਜ਼ ਨੂੰ ਪਸੰਦ ਕਰਦੀ ਹੈ
ਤੇ ਉਹ ਚੀਜ਼ ਫਿਰ ਦੁਨੀਆ ਵਿੱਚ ਜ਼ਿਆਦਾ ਵਿਕਣ ਲੱਗ ਜਾਂਦੀ ਹੈ। ਜਿਵੇਂ ਆਪਾਂ ਵੇਖਦੇ ਹਾਂ ਬਾਜ਼ਾਰ ਦੇ ਵਿੱਚ, ਜਿਵੇਂ ਸਬਜ਼ੀ ਭਾਜੀ ਇਤਿਆਦਿਕ ਇਹਨਾਂ ਚੀਜ਼ਾਂ ਨੂੰ ਖਰੀਦਣ ਵਾਲੇ ਤਾਂ ਹਜ਼ਾਰਾਂ ਜਾਂਦੇ ਨੇ, ਪਰ ਸੋਨਾ ਖਰੀਦਣ ਵਾਸਤੇ, ਚਾਂਦੀ ਖਰੀਦਣ ਵਾਸਤੇ, ਹੀਰਿਆਂ ਦੇ ਗਾਹਕ ਉਹ ਬਹੁਤ ਘੱਟ ਹੁੰਦੇ ਨੇ। ਕਿੰਨੀ ਦੁਨੀਆ ਬਾਜ਼ਾਰ ਦੇ ਵਿੱਚ ਇੱਕੋ ਸਮੇਂ ਤੁਸੀਂ ਵੇਖ ਸਕਦੇ ਹੋ, ਕੁਝ ਨਾ ਕੁਝ ਲੈਣ ਵਾਸਤੇ ਆਇਆ ਬਾਜ਼ਾਰ ਦੇ ਵਿੱਚੋਂ, ਪਰ ਵਧੀਆ ਸ੍ਰੇਸ਼ਟ ਚੀਜ਼ ਨੂੰ ਖਰੀਦਣ ਵਾਲੇ ਬਹੁਤ ਘੱਟ ਹੁੰਦੇ ਹਨ। ਸੋ ਇਸੇ ਤਰ੍ਹਾਂ ਧਰਮ ਦੀ ਦੁਨੀਆ ਦੇ ਵਿੱਚ ਵੀ ਅਸਲ ਦੇ ਗਾਹਕ ਘੱਟ ਹੁੰਦੇ ਹਨ। ਉਸ ਤੋਂ ਹੀ ਸਾਰਾ ਜਿਹੜਾ ਹੈ ਪਖੰਡ ਪਨਪਦਾ ਹੈ, ਸਾਰਾ ਕੁਝ ਇਹ ਪ੍ਰਪੰਚ ਚੱਲਦਾ ਹੈ। ਇੱਥੇ ਭਗਤ ਨਾਮਦੇਵ ਜੀ ਇੱਕ ਐਸੇ ਹੀ ਮਨੁੱਖ ਨੂੰ ਸਮਝਾ ਰਹੇ ਨੇ ਜੋ ਧਰਮ ਦੇ ਨਾਂ 'ਤੇ ਧਰਮ ਦਾ ਬਾਣਾ ਪਾ ਕੇ ਦੁਨੀਆ ਨੂੰ ਲੁੱਟ ਰਿਹਾ ਹੈ। ਤੇ ਭਗਤ ਨਾਮਦੇਵ ਜੀ ਫਰਮਾਨ ਕਰਦੇ ਨੇ, ਐ ਮਨੁੱਖ, ਤੂੰ ਇਸ ਬਿਰਤੀ ਦਾ ਤਿਆਗ ਕਰ, ਸੱਚੇ ਮਨ ਨਾਲ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ। ਜਿਸ ਧਨ ਵਾਸਤੇ ਤੂੰ ਇਹ ਪਖੰਡ ਕਰ ਰਿਹਾ ਹੈ, ਇਹ ਕਰਨ ਦੀ ਲੋੜ ਨਹੀਂ। ਜਦੋਂ ਨਾਮ ਜਪੇਂਗਾ ਆਪੇ ਹੀ ਤੇਰੇ ਕੋਲ ਇਹ ਸਾਰਾ ਕੁਝ ਚੱਲ ਕੇ ਆ ਜਾਵੇਗਾ। ਭਗਤ ਨਾਮਦੇਵ ਜੀ ਫਰਮਾਨ ਕਰ ਰਹੇ ਨੇ, ਆਸਾ ਸਾਪ ਕੁੰਚ ਛੋੜੈ, ਬਿਖ ਨਹੀਂ ਛਾੜੈ, ਉਦਕ ਮਾਏ ਜੈਸੇ ਬਾਗ ਧਿਆਨ ਮਾਢੈ। ਸੱਪ ਦਾ ਪ੍ਰਮਾਣ ਦਿੱਤਾ ਹੈ। ਜਿਵੇਂ ਸੱਪ ਕੁਝ ਸਮੇਂ ਬਾਅਦ ਆਪਣੇ ਸਰੀਰ ਦੇ ਉੱਪਰ ਜਿਹੜੀ ਉੱਪਰਲੀ ਖੱਲੜੀ ਕੁੰਝ ਹੁੰਦੀ ਉਹ ਉਤਾਰ ਦਿੰਦਾ ਹੈ, ਪਰ ਉਹਦੇ ਅੰਦਰ ਜਿਹੜਾ ਵਿਸ਼ ਹੈ ਉਸ ਦਾ ਤਿਆਗ ਨਹੀਂ ਕਰਦਾ। ਬਿਲਕੁਲ ਇਸੇ ਤਰ੍ਹਾਂ ਜਿਹੜਾ ਠੱਗ ਬੰਦਾ ਹੈ ਉਹ ਬਾਹਰੋਂ ਤਾਂ ਬਾਣਾ ਹੋਰ ਪਾ ਲੈਂਦਾ ਹੈ, ਪਰ ਅੰਦਰ ਉਹਦੀ ਬਿਰਤੀ ਵਿਕਾਰਾਂ ਵਾਲੀ ਹੀ ਰਹਿੰਦੀ ਹੈ। ਅੰਦਰ ਉਹਦੇ ਵਿਸ਼ੇ ਵਿਕਾਰਾਂ ਦਾ ਜ਼ਹਿਰ ਉਸੇ ਤਰ੍ਹਾਂ ਹੀ ਭਰਿਆ ਰਹਿੰਦਾ ਹੈ। ਬਾਹਰੋਂ ਬਾਣਾ ਜ਼ਰੂਰ ਉਹਨੇ ਧਰਮ ਵਾਲਾ, ਸੰਤਾਂ ਵਾਲਾ, ਗੁਰਮੁਖਾਂ ਵਾਲਾ ਪਾ ਲਿਆ ਹੈ, ਪਰ ਅੰਦਰ ਬਿਰਤੀ ਉਹਦੀ ਸੱਪ ਵਾਲੀ ਹੈ। ਅੰਦਰ ਉਸੇ ਤਰ੍ਹਾਂ ਜ਼ਹਿਰ ਉਹਦੇ ਭਰਿਆ ਹੋਇਆ ਵਿਸ਼ੇ ਵਿਕਾਰਾਂ ਦਾ, ਹਉਮੈ ਦਾ, ਹੰਕਾਰ ਦਾ, ਸਾਰੇ ਹੀ ਔਗਣਾਂ ਦਾ। ਆਪਾਂ ਵੇਖਦੇ ਹਾਂ ਜਿਹੜੇ ਧਾਰਮਿਕ ਸਥਾਨਾਂ ਦੇ ਅੰਦਰ ਕੋਈ ਇਸ ਤਰ੍ਹਾਂ ਦਾ ਕਰਮ ਹੁੰਦਾ ਹੈ, ਪਾਪ ਕਰਮ ਹੁੰਦਾ ਹੈ, ਉਹਦਾ ਕਾਰਨ ਕੀ ਹੈ? ਉਹ ਇਸ ਤਰ੍ਹਾਂ ਦੇ ਲੋਕ ਧਾਰਮਿਕ ਸਥਾਨਾਂ 'ਤੇ ਜਾ ਕੇ ਬਹਿ ਗਏ ਜਿਨ੍ਹਾਂ ਦੇ ਅੰਦਰ ਦੀ ਬਿਰਤੀ ਸੱਪ ਵਾਲੀ ਸੀ। ਬਾਹਰੋਂ ਬਾਣਾ ਧਰਮ ਦਾ ਪਾ ਲਿਆ, ਬਾਹਰੋਂ ਬਾਣੀ ਵੀ ਧਰਮ ਦੀ ਅਪਣਾ ਲਈ, ਪਰ ਅੰਦਰ ਜਿਹੜੀ ਬਿਰਤੀ ਸੀ ਉਹ ਸੱਪ ਵਾਲੀ ਸੀ। ਔਗਣਾਂ ਨਾਲ ਭਰੇ ਹੋਏ, ਜ਼ਹਿਰ ਨਾਲ ਭਰੇ ਹੋਏ ਵਿਸ਼ੇ ਵਿਕਾਰਾਂ ਦੇ। ਔਰ ਆਪਾਂ ਵੇਖਦੇ ਹਾਂ ਧਾਰਮਿਕ ਸਥਾਨਾਂ 'ਤੇ ਇਸੇ ਕਰਕੇ ਫਿਰ ਬੜੇ ਬੜੇ ਫਸਾਦ ਹੋ ਜਾਂਦੇ ਨੇ, ਝਗੜੇ ਹੋ ਜਾਂਦੇ ਨੇ, ਜਾਂ ਕਈ ਵੱਡੇ ਵੱਡੇ ਕੁਕਰਮ ਹੋ ਜਾਂਦੇ ਨੇ, ਪਾਪ ਕਰਮ ਹੋ ਜਾਂਦੇ ਨੇ। ਉਹਦਾ ਕਾਰਨ ਇਹੀ ਹੈ। ਭਗਤ ਨਾਮਦੇਵ ਜੀ ਕਹਿੰਦੇ, ਦੇਖੋ ਜਿਹੜਾ ਠੱਗ ਬੰਦਾ ਇਸੇ ਤਰ੍ਹਾਂ ਹੁੰਦਾ ਜਿਵੇਂ ਸੱਪ ਹੁੰਦਾ ਹੈ। ਜਿਵੇਂ ਸੱਪ ਆਪਣੀ ਕੁੰਝ ਤਾਂ ਲਾ ਦਿੰਦਾ ਹੈ, ਪਰ ਅੰਦਰ ਜਿਹੜਾ ਉਹਦੇ ਜ਼ਹਿਰ ਹੈ ਉਸੇ ਤਰ੍ਹਾਂ ਹੀ ਹੈ। ਇਸੇ ਤਰ੍ਹਾਂ ਮਨਮੁਖ ਔਗਣਾ ਵਾਲਾ ਬੰਦਾ ਉਹ ਉਸ ਤਰ੍ਹਾਂ ਦਾ ਬਾਣਾ ਤਾਂ ਲਾ ਦਿੰਦਾ ਹੈ, ਪਰ ਧਰਮ ਦਾ ਬਾਣਾ ਪਾ ਲੈਂਦਾ ਹੈ।
ਉਦਕ ਮਾਏ ਜੈਸੇ ਬਾਗ ਧਿਆਨ ਮਾਡੈ। ਔਰ ਉਹਦੇ ਅੰਦਰ ਦੂਜੀ ਜਿਹੜੀ ਬਿਰਤੀ ਇਹ ਹੁੰਦੀ ਹੈ, ਉਹ ਲੋਕਾਂ ਨੂੰ ਧਿਆਨ ਲਾ ਲਾ ਕੇ ਦਿਖਾਉਂਦਾ ਹੈ ਵੀ ਇਸ ਤਰ੍ਹਾਂ ਧਿਆਨ ਲਾਣਾ, ਇਸ ਤਰ੍ਹਾਂ ਸਮਾਧੀ ਲਾਈ ਦੀ ਹੈ। ਕਿਵੇਂ? ਜਿਵੇਂ ਬਗਲਾ, ਉਹਨੂੰ ਤੁਸੀਂ ਕਦੇ ਵੇਖੋ ਦਰਿਆ ਦੇ ਕੰਢੇ 'ਤੇ ਇੱਕ ਲੱਤ ਦੇ ਭਾਰ ਖੜਾ ਹੁੰਦਾ ਹੈ, ਅਤੇ ਇੱਦਾਂ ਵੇਖਣ ਨੂੰ ਲੱਗਦਾ ਵੀ ਇਹ ਤਾਂ ਕੋਈ ਸਮਾਧੀ ਲਾ ਕੇ ਜਿਵੇਂ ਕੋਈ ਮਹਾਤਮਾ ਖੜ੍ਹਿਆ ਹੋਵੇ ਜਲ ਦੇ ਵਿੱਚ। ਪਰ ਵੇਖੋ ਉਹਦੀ ਧਿਆਨ, ਉਹਦੀ ਦ੍ਰਿਸ਼ਟੀ, ਉਹਦੀ ਨਿਗਾਹ ਇੰਨੀ ਤੇਜ਼ ਹੁੰਦੀ ਹੈ, ਪਾਣੀ ਦੇ ਵਿੱਚ ਹੁੰਦੀ, ਕੋਦੋਂ ਕੋਈ ਮੱਛੀ ਡੱਡੀ ਉਹਦੀ ਪਕੜ ਵਿੱਚ ਆਵੇ, ਉਸੇ ਵੇਲੇ ਉਹਨੂੰ ਚੁੰਝ ਮਾਰ ਕੇ ਉਹ ਖਾ ਜਾਂਦਾ ਹੈ। ਉਦਕ ਮਾਏ ਜੈਸੇ ਬਾਗ ਧਿਆਨ ਮਾਡੈ। ਜਿਵੇਂ ਬਗਲੇ ਨੇ ਪਾਣੀ ਦੇ ਵਿੱਚ ਧਿਆਨ ਲਾਇਆ ਹੋਇਆ ਹੈ, ਪਰ ਬਿਰਤੀ ਉਹਦੀ ਕਿੱਥੇ ਰੁਕੀ ਹੋਈ ਹੈ? ਮੱਛੀਆਂ ਡੱਡੀਆਂ 'ਤੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਦੀ ਇੱਕ ਸਾਖੀ ਹੈ। ਜਿਸ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਅਚਲ ਬਟਾਲੇ ਦੀ ਧਰਤੀ 'ਤੇ ਗਏ ਹਨ, ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਵੀ ਲਿਖਿਆ ਹੈ ਕਿ ਉੱਥੇ ਇੱਕ ਇਸ ਤਰ੍ਹਾਂ ਦਾ ਰਾਸਧਾਰੀਆ ਸੀ। ਉਹ ਬੈਠਾ ਹੋਇਆ ਸੀ ਸਮਾਧੀ ਲਾ ਕੇ, ਅਤੇ ਲੋਕਾਂ ਨੂੰ ਦੱਸ ਰਿਹਾ ਸੀ ਵੀ ਮੈਨੂੰ ਤਿੰਨੇ ਲੋਕਾਂ ਦੀ ਅੰਤਰਜਾਮਤਾ ਹੈ, ਮੈਨੂੰ ਤਿੰਨੇ ਲੋਕਾਂ ਦੀ ਸੋਝੀ ਹੈ। ਔਰ ਅੱਖਾਂ ਬੰਦ ਕਰਕੇ ਸੁਣਾ ਰਿਹਾ ਸੀ, ਇਸ ਸਮੇਂ ਮੈਂ ਫਲਾਣੇ ਲੋਕ ਵਿੱਚ ਚਲਾ ਗਿਆ ਹਾਂ, ਇਸ ਸਮੇਂ ਉਸ ਲੋਕ ਦੇ ਵਿੱਚ ਇਹ ਕੁਝ ਹੋ ਰਿਹਾ ਹੈ, ਇਸ ਸਮੇਂ ਐਸੀਆਂ ਗੱਲਾਂ ਇੰਨੀਆਂ ਕੁ ਇਹਨਾਂ ਲੋਕਾਂ ਨੇ ਯਾਦ ਕੀਤੀਆਂ ਹੁੰਦੀਆਂ ਨੇ ਕਿ ਉਹ ਸੱਚ ਲੱਗਣ ਲੱਗ ਜਾਂਦੀਆਂ ਹਨ। ਇੰਨਾ ਤਜਰਬਾ ਮਾਹਰ ਹੁੰਦੇ ਨੇ, ਬੜਾ ਤਜਰਬਾ ਕੀਤਾ ਹੁੰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੁਸੀਂ ਪੜ੍ਹੋ ਧਨਾਸਰੀ ਰਾਗ ਦੇ ਵਿੱਚ, ਉੱਥੇ ਮਹਾਰਾਜ ਕਹਿੰਦੇ ਹਨ, ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢੱਬ, ਥਾ ਨਸ਼ਟ ਜਗ ਭ੍ਰਸ਼ਟ ਹੋਏ, ਡੂਬਤਾ ਇਵ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਗ ਪਕੜੈ, ਠੱਗਣ ਕੋ ਸੰਸਾਰ, ਆਠ ਸੇਤੀ ਨਾਗ ਪਕੜੈ, ਸੂਝ ਤੇ ਤਿਨ ਲੋ, ਮਗਰ ਪਾਛੈ ਕਛ ਨਾ ਸੂਝੈ, ਇਹ ਪਦਮ ਅਲੋ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਸ੍ਰਿਸ਼ਟ ਸਭ ਇਕ ਵਰਨ ਹੋਈ, ਧਰਮ ਕੀ ਗਤ ਰਹੀ। ਮਹਾਰਾਜ ਸੱਚੇ ਪਾਤਸ਼ਾਹ ਉੱਤੇ ਸਾਰਾ ਇਹ ਪਖੰਡ ਦਾ ਜ਼ਿਕਰ ਕੀਤਾ ਹੈ। ਉਹ ਪਖੰਡੀ ਆਠ ਸੇਤੀ ਨਾਗ ਪਕੜੈ, ਚੀਚੀ ਨਾਲ ਤੇ ਗੂੰਠੇ ਨਾਲ ਆਪਣੇ ਨੱਕ ਨੂੰ ਪਕੜ ਕੇ ਬੜਾ ਸਮਾਧੀ ਦੀਆਂ ਗੱਲਾਂ ਕਰ ਰਿਹਾ ਸੀ। ਅੱਗੇ ਇੱਕ ਭਾਂਡਾ ਗੋਲਕ ਰੱਖੀ ਹੋਈ ਸੀ, ਉਹਦੇ ਵਿੱਚ ਨਾ ਸਿੱਕੇ ਹੁੰਦੇ ਪੁਰਾਣੇ ਸਮਿਆਂ ਵਿੱਚ, 1 2 ਪੈਸਾ ਇਤਿਆਦਿ ਕੋਈ, ਉਹ ਗਿਰਦੇ ਨੇ, ਆਵਾਜ਼ ਆਉਂਦੀ ਹੈ ਅਤੇ ਉਹਨੂੰ ਪਤਾ ਲੱਗਦਾ ਵੀ ਹਾਂ ਪੈਸੇ ਆ ਰਹੇ ਨੇ, ਮੱਥਾ ਦੁਨੀਆ ਟੇਕ ਰਹੀ ਹੈ, ਬੜਾ ਉਹਦਾ ਜਸ ਕਰ ਰਹੇ ਹਨ। ਉਹ ਜੋਗੀਆਂ ਨੇ ਛਪਾ ਲਿਆ ਸੀ। ਭਗਤੀਆਂ ਪਾਏ ਭਗਤ ਭੁੱਲ, ਲੋਟਾ ਜੋਗੀ ਲਿਆ ਛਪਾਈ, ਭਾਈ ਗੁਰਦਾਸ ਜੀ ਲਿਖਦੇ ਨੇ। ਜਦੋਂ ਰਾਸਧਾਰੀਆ ਇਸ ਤਰ੍ਹਾਂ ਕਰ ਰਿਹਾ ਸੀ, ਜੋਗੀਆਂ ਨੇ ਉਹਦਾ ਲੋਟਾ ਛਪਾ ਲਿਆ, ਅਤੇ ਉਹਨੇ ਵੇਖਿਆ ਵੀ ਖੜਕਾ ਨਹੀਂ ਹੋ ਰਿਹਾ ਮਾਇਆ ਦਾ। ਅੱਖਾਂ ਖੋਲ੍ਹ ਕੇ ਵੇਖਿਆ, ਅੱਗੇ ਉਹ ਜਿਹੜਾ ਲੋਟਾ ਪਿਆ ਸੀ, ਭਾਂਡਾ ਪਿਆ ਸੀ, ਉਹ ਹੀ ਨਹੀਂ ਹੈ। ਉਹਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਅਤੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆ ਗਿਆ। ਸਾਰੇ ਲੋਕ ਉਹਦੇ 'ਤੇ ਹੱਸਣ ਲੱਗ ਪਏ ਵੀ ਇਹ ਤਾਂ ਕਹਿੰਦਾ ਮੈਨੂੰ ਤਿੰਨੇ ਲੋਕਾਂ ਦੀ ਅੰਤਰਜਾਮਤਾ ਹੈ। ਮਹਾਰਾਜ ਜੀ ਵੀ ਆਖਦੇ ਨੇ ਤੈਨੂੰ ਤਿੰਨੇ ਲੋਕਾਂ ਦਾ ਪਤਾ, ਜਿਹੜਾ ਲੋਟਾ ਹੈ ਉਹ ਤਿੰਨਾਂ ਲੋਕਾਂ ਤੋਂ ਬਾਹਰ ਨਹੀਂ ਗਿਆ, ਦੇਖ ਲੈ ਕਿੱਥੇ ਧਿਆਨ ਲਾ ਕੇ। ਫਿਰ ਉਹ ਕਹਿੰਦੇ ਮਹਾਰਾਜ ਮੈਂ ਤਾਂ ਇਹ ਪਖੰਡ ਕਰ ਰਿਹਾ ਸੀ ਦੁਨੀਆ ਨੂੰ ਲੁੱਟਣ ਵਾਸਤੇ, ਆਪਣਾ ਰੋਟੀ ਰੋਜੀ ਚਲਾਉਣ ਵਾਸਤੇ। ਮਹਾਰਾਜ ਕਹਿੰਦੇ ਇੱਕ ਗੱਲ ਸਮਝ ਵਿਚਾਰ, ਆਪਣੇ ਦਿਮਾਗ 'ਤੇ ਭਾਰ ਪਾ ਮਾੜਾ ਜਿਹਾ,
ਵੀ ਤੂੰ ਕੇਵਲ ਪਖੰਡ ਕਰ ਰਿਹਾ ਹੈ ਅਤੇ ਦੁਨੀਆ ਤੈਨੂੰ ਮੱਥਾ ਟੇਕ ਰਹੀ, ਪੈਸੇ ਦੇ ਰਹੀ ਹੈ। ਅਤੇ ਜੇ ਤੂੰ ਸੱਚੇ ਮਨ ਨਾਲ ਭਗਤੀ ਕਰਨ ਲੱਗ ਜਾਵੇਂ ਫਿਰ ਕਿੰਨਾ ਕੁਝ ਮਿਲੇ। ਅਜੇ ਤਾਂ ਕੇਵਲ ਉਹਦੇ ਨਾਮ ਦਾ ਪਖੰਡ ਹੀ ਕੀਤਾ ਹੈ ਅਤੇ ਕਿੰਨਾ ਕੁਝ ਮਿਲਦਾ ਹੈ। ਅਤੇ ਜੇ ਸੱਚੀ ਮੁੱਚੀ ਉਹਦੇ ਨਾਮ ਨੂੰ ਜਪਣ ਲੱਗ ਜਾਵੇਂ ਕਿੰਨੀਆਂ ਬਰਕਤਾਂ ਹੋ ਜਾਣ। ਇਸ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਨੇ, ਕਹਿੰਦੇ ਵੀ ਐਸਾ ਇਹ ਲੋਕ ਧਿਆਨ ਲਾਉਂਦੇ ਨੇ ਪਰ ਅਸਲ ਵਿੱਚ ਪ੍ਰਯੋਜਨ ਹੁੰਦਾ ਹੈ ਦੁਨੀਆ ਨੂੰ ਲੁੱਟਣ ਦਾ। ਇਸ ਤਰ੍ਹਾਂ ਦਾ ਵਿਖਾਵਾ ਕਰਦੇ ਨੇ। ਆਪਾਂ ਵੇਖਦੇ ਹਾਂ ਸਾਰੇ ਧਰਮਾਂ ਦੇ ਅੰਦਰ ਬਹੁਤੇ ਸਮਾਗਮ ਕਿਉਂ ਹੁੰਦੇ ਨੇ। ਕੋਈ ਵੀ ਮਹਾਤਮਾ ਜਾਂ ਕੋਈ ਜਿੰਨੇ ਵੀ ਡੇਰਾਵਾਦ ਜਾਂ ਜੋ ਵੀ ਲੋਕ ਵੱਡੇ ਵੱਡੇ ਸਮਾਗਮ ਕਰਦੇ ਨੇ, ਉਹਦਾ ਮਕਸਦ ਇਹ ਨਹੀਂ ਵੀ ਸਿੱਖੀ ਦਾ ਪ੍ਰਚਾਰ ਹੋਵੇ। ਉਹਦਾ ਮਕਸਦ ਇਹ ਹੁੰਦਾ ਵੀ ਸਾਨੂੰ ਮਾਇਆ ਕਿੰਨੀ ਵਜੀ ਹੈ। ਸਮਾਗਮ ਕਰਾਉਣ ਦਾ ਬਹੁਤਾ ਮਕਸਦ ਇਹ ਹੈ। ਸਾਰਿਆਂ ਦਾ ਤਾਂ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਸਾਰਿਆਂ ਕਦੀ ਸੱਚ ਜਿਹੜਾ ਹੈ, ਸੱਚ ਦਾ ਬੀਜ ਨਾਸ ਨਹੀਂ ਹੁੰਦਾ, ਪਰ ਬਹੁਤਾਤ ਗਿਣਤੀ ਵਿੱਚ ਇਹੀ ਹੁੰਦੀ ਹੈ ਵੀ ਆਪਾਂ ਬਹੁਤ ਵੱਡੇ ਵੱਡੇ ਸਮਾਗਮ ਕਰਨੇ ਨੇ। ਉਹਦਾ ਇਹੀ ਹੁੰਦਾ ਵੀ ਫਿਰ ਧਨ ਗਿਣਿਆ ਜਾਂਦਾ, ਇੰਨਾ ਖਰਚਾ ਆਪਣਾ ਆ ਗਿਆ ਅਤੇ ਇੰਨਾ ਆਪਾਂ ਨੂੰ ਬਚਤ ਹੋਈ ਹੈ। ਪੈਸੇ ਦਾ ਆਪਾਂ ਖਰਚਾ ਵੀ ਦੇਖ ਲਿਆ, ਪੈਸੇ ਦੀ ਬਚਤ ਵੀ ਦੇਖ ਲਈ, ਪਰ ਇਹ ਨਹੀਂ ਵੇਖਿਆ ਵੀ ਸਿੱਖੀ ਦਾ ਪ੍ਰਚਾਰ ਕਿੰਨਾ ਕੁ ਹੋਇਆ ਹੈ। ਇਹਦੇ ਵਿੱਚੋਂ ਸਾਨੂੰ ਕੀ ਸੇਧ ਮਿਲੀ ਹੈ, ਸਾਡੀ ਕੌਮ ਨੂੰ ਕੀ ਇਹਦੇ ਵਿੱਚੋਂ ਪ੍ਰਾਪਤ ਹੋਇਆ ਹੈ। ਇਸ ਕਰਕੇ ਇਹ ਸਾਰੇ ਇਸ ਤਰ੍ਹਾਂ ਦੇ ਜਿਹੜੇ ਨੇ ਕਰਮ, ਉਹਨਾਂ ਨੂੰ ਇਸੇ ਦ੍ਰਿਸ਼ਟੀ ਵਿੱਚ ਬਾਣੀ ਵਿੱਚ ਆਖਿਆ ਗਿਆ ਹੈ। ਹੋਰ ਉਹਦਾ ਕੋਈ ਪ੍ਰਯੋਜਨ ਨਹੀਂ ਹੈ। ਧਰਮ ਦਾ ਬਾਣਾ ਪਾ ਕੇ ਧਰਮ ਦੇ ਨਾਂ 'ਤੇ ਇਸ ਤਰ੍ਹਾਂ ਦੇ ਕਰਮ ਆਪਾਂ ਵੇਖੀਏ। ਵੱਡੇ ਵੱਡੇ ਸਮਾਗਮ ਹੁੰਦੇ ਨੇ ਪਰ ਅੰਮ੍ਰਿਤ ਸੰਚਾਰ ਨਹੀਂ ਹੁੰਦਾ। ਇੱਥੋਂ ਪਤਾ ਲੱਗ ਜਾਂਦਾ ਵੀ ਲਕਸ਼ ਸਾਡਾ ਮਾਇਆ ਤੱਕ ਹੈ। ਅੰਮ੍ਰਿਤ ਸੰਚਾਰ ਹੋਵੇ ਫਿਰ ਪਤਾ ਲੱਗ ਜਾਵੇਗਾ ਵੀ ਕਿੰਨਿਆਂ ਨੇ ਅੰਮ੍ਰਿਤ ਛਕਿਆ। ਸਾਡੇ ਪ੍ਰਚਾਰ ਕੀਤੇ ਹੋਏ ਦਾ ਇੰਨੇ ਦਿਨ ਦੀਵਾਨ ਲੱਗੇ ਨੇ। ਉਹਦਾ ਕੀ ਪਿੱਛੇ ਜੀ ਦਾਸ ਦੇ ਕੋਲ ਇੱਕ ਨਗਰ ਤੋਂ ਆਏ ਸਨ ਗੁਰਮੁਖ ਸੇਵਾ ਲੈਣ ਵਾਸਤੇ, ਪਿਆਰ ਰੱਖਦੇ ਨੇ। ਆਏ ਸਾਲ ਉਹ ਦੀਵਾਨ ਕਰਾਉਂਦੇ ਨੇ। ਮੈਂ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਦੀਵਾਨ ਕਰਾਉਂਦੇ ਹੋ ਹਰ ਸਾਲ ਅਤੇ ਅੰਮ੍ਰਿਤ ਸੰਚਾਰ ਕਰਾਉਂਦੇ ਹੋ? ਕਹਿੰਦੇ ਤੇ ਕਰਾਏ ਨਹੀਂ, ਕਈ ਸਾਲ ਹੀ ਹੋ ਗਏ ਨੇ। ਅਤੇ ਮੈਂ ਫਾਇਦਾ ਫਿਰ ਕੀ ਹੋਇਆ? 5-7 ਦਿਨ ਦੀਵਾਨ ਚੱਲਣੇ ਨੇ। ਦੂਰੋਂ ਦੂਰੋਂ ਨਗਰਾਂ ਵਿੱਚੋਂ ਵੀ ਸੰਗਤਾਂ ਆਉਣੀ ਆਸ ਪਾਸ ਤੋਂ। ਅਤੇ ਉਹਦਾ ਆਪਾਂ ਜਿਹੜਾ ਦੇਖੋ ਆਪਾਂ ਨੂੰ ਲਾਭ ਕੀ ਹੋਇਆ? ਆਪਾਂ ਨੂੰ ਕਿਵੇਂ ਪਤਾ ਲੱਗੇਗਾ ਵੀ ਕਿੰਨੇ ਕੁ ਸਿੱਖੀ ਵਾਲੇ ਪਾਸੇ ਆਏ ਨੇ? ਲੰਗਰ ਛਕਣਾ ਜਾਂ ਹੋਰ ਕੰਨ ਰਸ ਉਹ ਤਾਂ ਫਿਰ ਚੱਲੀ ਜਾਂਦਾ ਹੈ। ਕਹਿੰਦੇ ਐਤਕੀ ਤਾਂ ਹੋ ਗਿਆ, ਹੁਣ ਸਮਾਗਮ ਰੱਖਿਆ ਗਿਆ, ਅਗਲੀ ਵਾਰ ਨੂੰ ਜ਼ਰੂਰ ਇਹ ਕਰਾਂਗੇ ਵੀ ਅੰਮ੍ਰਿਤ ਸੰਚਾਰ ਨਾਲ। ਸਾਲ ਬਾਅਦ ਸਮਾਗਮ ਹੁੰਦਾ ਹੈ ਅਤੇ ਅੰਮ੍ਰਿਤ ਸੰਚਾਰ ਨਾਲ ਜ਼ਰੂਰ ਹੋਣਾ ਚਾਹੀਦਾ ਹੈ, ਕਿਉਂਕਿ ਇੱਥੋਂ ਹੀ ਸਿੱਖੀ ਦੀ ਜਿਹੜੀ ਹੈ ਪ੍ਰਫੁੱਲਤ ਹੋਣੀ, ਸਿੱਖੀ ਵਾਧਾ ਹੋਣਾ। ਕੋਈ ਦੀਵਾਨ ਸੁਣ ਕੇ, ਕਥਾ ਸੁਣ ਕੇ, ਕੀਰਤਨ ਸੁਣ ਕੇ ਬਾਣੀ ਨਾਲ ਜੁੜੇ, ਗੁਰੂ ਵਾਲਾ ਬਣੇ। ਅਤੇ ਜੇ ਇਹ ਨਹੀਂ ਤਾਂ ਫਿਰ ਇਹੀ ਹੁੰਦਾ ਹੈ ਵੀ ਅਸੀਂ ਪਹਿਲੇ ਪ੍ਰਬੰਧਕਾਂ ਨਾਲੋਂ ਅਸੀਂ ਇੰਨਾ ਜ਼ਿਆਦਾ ਬਚਾ ਲਿਆ ਹੈ। ਉਹ ਤਾਂ ਬਚਾਉਂਦੇ ਨਹੀਂ ਸੀ, ਅਸੀਂ ਤਾਂ ਦੀਵਾਨ ਲਾ ਕੇ ਇੰਨਾ ਬਚਾ ਤਾ। ਇਹ ਕੋਈ ਪ੍ਰਾਪਤੀ ਨਹੀਂ ਹੈ ਵੀ ਤੁਸੀਂ ਲੱਖ ਬਚਾ ਲਿਆ, 2 ਲੱਖ ਬਚਾ ਲਿਆ, ਕੋਈ ਪ੍ਰਾਪਤੀ ਥੋੜ੍ਹਾ ਹੈ। ਭਾਵੇਂ ਨਾਮ ਹੀ ਬਚੇ ਪਰ ਪ੍ਰਾਪਤੀ ਇਹ ਹੋਵੇ 5, 10, 20 ਸਰੀਰ ਅੰਮ੍ਰਿਤ ਛਕ ਲਿਆ ਹੈ। ਤੋ ਨਹੀਂ ਤਾਂ ਫਿਰ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਵੀ ਇਹ ਤਾਂ ਫਿਰ ਇੱਕ ਠੱਗਬਾਜੀ ਵਾਲਾ ਕੰਮ ਹੋ ਗਿਆ, ਵੀ ਦਿਖਾ ਕੇ ਕੁਝ, ਬਸ ਲਕਸ਼ ਕੁਝ ਹੋਰ ਸੀ, ਦਿਖਾਇਆ ਕੁਝ ਹੋਰ ਹੈ। ਉਹਦਾ ਲਕਸ਼ ਇਹ ਸੀ ਵੀ ਪੈਸਾ ਇਕੱਠਾ ਕਰਨਾ ਹੈ। ਇਹ ਤਾਂ ਇਸ ਤਰ੍ਹਾਂ ਹੋ ਗਿਆ ਜਿਵੇਂ ਬਗਲਾ ਧਿਆਨ ਲਾ ਕੇ ਪਾਣੀ ਵਿੱਚ ਖੜਦਾ ਹੈ। ਕਾਹੇ ਕੋ ਕੀਜੈ ਧਿਆਨ ਜਪੰਨਾ। ਇਸ ਤਰ੍ਹਾਂ ਦੇ ਕਰਮ ਭਗਤ ਨਾਮਦੇਵ ਜੀ ਕਹਿੰਦੇ ਭਾਈ ਕਿਉਂ ਕਰਨੇ ਨੇ? ਜਬ ਤੇ ਸ਼ੁੱਧ ਨਾਹੀ ਮਨ ਆਪਣਾ। ਮਨ ਸ਼ੁੱਧ ਦਾ ਭਾਵ ਇੱਥੇ ਕੀ ਹੈ?
ਵੀ ਆਪਾਂ ਇਸ ਪ੍ਰਯੋਜਨ ਨੂੰ ਲੈ ਕੇ ਨਹੀਂ ਕੰਮ ਕਰ ਰਹੇ ਕਿ ਆਪਾਂ ਗੁਰੂ ਨਾਲ ਸੰਗਤਾਂ ਨੂੰ ਜੋੜਨਾ ਹੈ। ਆਪਾਂ ਇਹ ਪ੍ਰਯੋਜਨ ਲੈ ਕੇ ਚੱਲ ਰਹੇ ਹਾਂ ਵੀ ਮਾਇਆ ਕਿੰਨੀ ਕੁ ਆਪਾਂ ਨੂੰ ਬਾਜੇਗੀ। ਸਮਾਗਮ ਕਰਾਉਣਾ ਹੈ ਆਪਾਂ ਕੋਈ ਵੀ, ਜਾਂ ਨਗਰ ਕੀਰਤਨ ਕੱਢਣਾ ਹੈ, ਜਾਂ ਦੀਵਾਨ ਲਵਾਣੇ ਨੇ, ਵੀ ਆਪਾਂ ਪਿਛਲੀ ਵਾਰ ਇੰਨੀ ਬਚਤ ਹੋਈ ਸੀ, ਹੁਣ ਇੰਨੀ ਬਚਤ ਹੋ ਗਈ ਹੈ, ਇੰਨਾ ਖਰਚਾ ਆ ਗਿਆ ਹੈ। ਤੋ ਜਦੋਂ ਸ਼ੁੱਧ ਮਨ ਦਾ ਭਾਵ ਇੱਥੇ ਉਹ ਹੈ ਕਿ ਅਸੀਂ ਇਹ ਪ੍ਰਯੋਜਨ ਲੈ ਕੇ ਚੱਲਣਾ ਹੈ ਵੀ ਆਪਾਂ ਲਿਟਰੇਚਰ ਵੰਡੀਏ, ਸਿੱਖੀ ਦਾ ਫਰੀ ਜਿਹੜਾ ਇਤਿਹਾਸ ਦਾ ਲਿਟਰੇਚਰ ਛਪਾ ਕੇ ਉਹ ਕਿਤਾਬਾਂ ਵੰਡੀਆਂ ਜਾਣ ਬੱਚਿਆਂ ਨੂੰ। ਈਸਾਈ ਮਤ ਜੇ ਅੱਜ ਵਰਲਡ ਵਿੱਚ ਸਭ ਨਾਲੋਂ ਅੱਗੇ ਹੈ, ਉਹਦਾ ਕਾਰਨ ਹੈ ਉਹਨਾਂ ਦਾ ਸਾਰਾ ਲਿਟਰੇਚਰ ਫਰੀ ਮਿਲਦਾ ਹੈ। ਸਾਰਾ ਟੋਟਲ ਲਿਟਰੇਚਰ ਉਹ ਆਪ ਫਰੀ ਵੰਡਦੇ ਨੇ, ਬਲਕਿ ਉਹਨਾਂ ਨੇ ਆਪਣਿਆਂ ਨੂੰ ਤਾਂ ਵੰਡਣਾ ਹੀ ਹੈ, ਦੂਜਿਆਂ ਨੂੰ ਵੀ ਕਹਿੰਦੇ ਤੁਸੀਂ ਲੈ ਜਾਓ, ਨਹੀਂ ਪੜ੍ਹਨਾ ਨਾ ਪੜ੍ਹੋ, ਆਪਣੇ ਘਰ ਜਾ ਕੇ ਰੱਖ ਲਓ ਜੀ। ਕਿਉਂਕਿ ਜਿਹੜੀ ਚੀਜ਼ ਸਾਡੇ ਘਰ ਦੇ ਵਿੱਚ ਪਈ ਹੈ ਉਹ ਕਦੇ ਨਾ ਕਦੇ ਅਸੀਂ ਵਰਤਾਂਗੇ, ਉਹਨੂੰ ਵੇਖਾਂਗੇ। ਜਦੋਂ ਕੋਈ ਕਿਤਾਬ ਆਪਣੇ ਘਰ ਵਿੱਚ ਪਈ ਹੈ, ਚੰਗੀ ਪਈ ਮਾੜੀ ਪਈ, ਆਪਾਂ ਪੜ੍ਹਾਂਗੇ, ਕਦੇ ਨਾ ਕਦੇ ਕੋਈ ਬੱਚਾ ਪੜ੍ਹ ਲੇਗਾ ਸਾਡਾ। ਇਸ ਕਰਕੇ ਈਸਾਈ ਵੀ ਜਿਹੜੇ ਨੇ ਉਹ ਕੀ ਕਰਦੇ ਨੇ, ਉਹ ਕਹਿੰਦੇ ਤੁਸੀਂ ਆਪਣੇ ਧਰਮ ਵਿੱਚ ਰਹੋ, ਕੋਈ ਇਤਰਾਜ਼ ਨਹੀਂ, ਲੈ ਸਾਡੇ ਵੱਲੋਂ ਇਹ ਕਿਤਾਬ ਲੈ ਜਾਓ, ਪੜ੍ਹੋ, ਆਪਣੇ ਘਰ ਲੈ ਜਾ ਕੇ ਰੱਖੋ। ਇਸੇ ਕਰਕੇ ਵਰਲਡ ਵਿੱਚ ਈਸਾਈ ਮਤ ਸਭ ਨਾਲੋਂ ਅੱਗੇ ਹੈ, ਕਿਉਂਕਿ ਜਿਹੜੀ ਵਿੱਦਿਆ ਹੈ ਨਾ, ਇਹ ਤੀਜਾ ਨੇਤਰ ਸਭ ਨਾਲੋਂ ਵੱਡਾ ਹਥਿਆਰ ਵਿੱਦਿਆ ਦਾ ਹੈ। ਔਰੰਗਜ਼ੇਬ ਵੇਖ ਲਓ, ਹੋਰ ਕਿਸੇ ਤਰ੍ਹਾਂ ਨਹੀਂ ਮਰਿਆ। ਜਿਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਲਮ ਨਾਲ ਮਾਰਿਆ ਉਹਨੂੰ, ਜਦੋਂ ਮਹਾਰਾਜ ਨੇ ਜ਼ਫਰਨਾਮਾ ਲਿਖਿਆ ਨਾ, ਜ਼ਫਰਨਾਮੇ ਦਾ ਭਾਵ ਹੈ ਫਤਿਹ ਦੀ ਚਿੱਠੀ, ਉਹ ਜਦੋਂ ਉਹ ਪੜ੍ਹਿਆ, ਉਹ ਪੜ੍ਹ ਕੇ ਉਹਦੀ ਮੌਤ ਹੋ ਗਈ ਸੀ। ਐਸੇ ਐਸੇ ਮਹਾਰਾਜ ਨੇ ਉਹਦੇ ਵਿੱਚ ਸ਼ੇਰ ਆਖੇ ਨੇ, ਜ਼ਫਰਨਾਮੇ ਦੇ ਵਿੱਚ ਐਸੇ ਐਸੇ ਬੋਲ ਆਖੇ, ਵਿੱਦਿਆ ਕਿੰਨਾ ਵੱਡਾ ਕੰਮ ਕਰਦੀ ਹੈ। ਐਸੇ ਦੁਸ਼ਟ ਨੂੰ ਮਹਾਰਾਜ ਨੇ ਕਲਮ ਦੇ ਵਾਰ ਨਾਲ ਮਾਰਿਆ ਹੈ। ਸਾਡੀ ਕੌਮ ਦਾ ਇਹ ਨਿਗਾਰ ਹੈ ਕਿ ਅਸੀਂ ਵਿੱਦਿਆ ਵਾਲੇ ਪਾਸੇ ਤੋਂ ਬੜਾ ਪਿੱਛੇ ਰਹਿ ਗਏ ਹਾਂ। ਅੱਜ ਵੇਖੋ ਆਪਾਂ ਨੂੰ ਸੋਝੀ ਹੈ ਕਿ ਆਪਣੇ ਕੋਲ ਜ਼ਮੀਨ ਭਾਵੇਂ ਵਿਕ ਜਾਵੇ ਪਰ ਸਾਡੇ ਬੱਚੇ ਪੜ੍ਹ ਜਾਣ, ਕਿਉਂਕਿ ਸਾਨੂੰ ਦੁਨਿਆਵੀ ਵਿੱਦਿਆ ਦਾ ਪਤਾ ਲੱਗ ਗਿਆ ਵੀ ਇਹ ਵਿੱਦਿਆ ਬੜੀ ਜ਼ਰੂਰੀ ਹੈ। ਇਹ ਬੱਚਾ ਸਾਡਾ ਪੜ੍ਹ ਗਿਆ ਅਤੇ ਜ਼ਮੀਨਾਂ ਤੇ ਹੋਰ ਬਥੇਰੀਆਂ ਖਰੀਦੀਆਂ ਜਾਣਗੀਆਂ। ਇਸ ਕਰਕੇ ਗਰੀਬ ਤੋਂ ਗਰੀਬ ਬੰਦਾ ਵੀ ਜ਼ੋਰ ਲਾਉਂਦਾ ਹੈ ਕਿ ਮੇਰਾ ਬੱਚਾ ਵਧੀਆ ਤੋਂ ਵਧੀਆ ਵਿੱਦਿਆ ਪ੍ਰਾਪਤ ਕਰ ਲਵੇ। ਇਸੇ ਤਰ੍ਹਾਂ ਗੁਰਮੁਖੋ, ਜੇ ਆਪਾਂ ਧਰਮ ਦੇ ਵਿੱਚ, ਆਪਣੇ ਧਰਮ ਦੇ ਵਿੱਚ ਗੁਰੂ ਦੀ ਵਡਿਆਈ, ਗੁਰੂ ਦੀ ਕਿਰਪਾ ਬਖਸ਼ਿਸ਼ ਲੈਣੀ ਹੈ ਤਾਂ ਇਹ ਵੀ ਇੱਕ ਸੇਵਾ ਹੈ। ਜਦੋਂ ਆਪਾਂ ਇਸ ਤਰ੍ਹਾਂ ਚੱਲਾਂਗੇ, ਵਿੱਦਿਆ ਜਿਹੜੀ ਹੈ ਗਰੀਬ ਬੱਚਿਆਂ ਨੂੰ ਪੜ੍ਹਾਇਆ ਜਾਵੇ। ਆਪਾਂ ਹੋਰ ਸਮਾਗਮਾਂ 'ਤੇ ਕਿੰਨਾ ਖਰਚਾ ਕਰਦੇ ਹਾਂ। ਕਿਸੇ ਗਰੀਬ ਸਿੱਖ ਦਾ, ਕੋਈ ਗਰੀਬ ਸਿੱਖ ਰਕਸ਼ਾ ਚਲਾਉਂਦਾ, ਉਹਨੂੰ ਨਹੀਂ ਧਨ ਦੇਣਾ, ਉਹਦੇ ਬੱਚੇ ਹੀ ਪੜ੍ਹਾ ਦੇ, ਉਹ ਜ਼ਿੰਮੇਵਾਰੀ ਲੈ ਲਈ ਜਾਵੇ। ਕੋਈ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ, ਕੋਈ ਸੰਸਥਾ ਜ਼ਿੰਮੇਵਾਰ ਲੈ, ਤੇਰੇ ਬੱਚੇ ਅਸੀਂ ਪੜ੍ਹਾਵਾਂਗੇ। ਹਰ ਇੱਕ ਨਗਰ ਵਿੱਚ 2-4 ਪਰਿਵਾਰ ਤੁਹਾਨੂੰ ਐਸੇ ਮਿਲ ਜਾਣਗੇ ਸਿੱਖਾਂ ਦੇ, ਹਰ ਇੱਕ ਸ਼ਹਿਰ ਵਿੱਚ ਮਿਲ ਜਾਣਗੇ। ਕਲੋਨੀਆਂ ਵਿੱਚ ਖੋਜੋ, ਉੱਥੋਂ ਉਹ ਪ੍ਰਬੰਧ ਇਹ ਧਿਆਨ ਲੈ ਲਵੇ, ਇਹ ਜ਼ਿੰਮੇਵਾਰੀ ਲੈ ਲਵੇ, ਅਸੀਂ ਬੱਚੇ ਪੜ੍ਹਾਵਾਂਗੇ। ਉਹ ਬੱਚੇ ਪੜ੍ਹ ਕੇ ਵੱਡੇ ਅਫਸਰ ਬਣਨ ਅਤੇ ਕਿੰਨਾ ਸਾਡੀ ਕੌਮ ਅੱਗੇ ਵਧੇਗੀ। ਪਰ ਇਸ ਪਾਸੇ ਸਾਡਾ ਧਿਆਨ ਨਹੀਂ ਹੈ, ਬੱਚਿਆਂ ਦੀ ਵਿੱਦਿਆ ਵਾਲੇ ਪਾਸੇ ਸਾਡਾ ਕੋਈ ਧਿਆਨ ਨਹੀਂ ਹੈ। ਇਸੇ ਕਰਕੇ ਅਸੀਂ ਪਿੱਛੇ ਜਾ ਰਹੇ ਹਾਂ। ਵੇਖੋ ਸਾਡੇ ਪੰਜਾਬ ਦੇ ਵਿੱਚ ਹੋਰ ਬਈਏ ਆ ਕੇ ਜਿਹੜੇ ਨੇ ਵੱਡੇ ਵੱਡੇ SSP DSP ਉਹ ਭਰਤੀ ਹੋ ਰਹੇ ਨੇ। ਸਰਦਾਰਾਂ ਨੂੰ ਇਹ ਨੌਕਰੀ ਨਹੀਂ, ਕਿਉਂਕਿ ਅਸੀਂ ਜਾਗਰੂਕ ਨਹੀਂ ਹੋਏ ਅਤੇ ਬਾਹਰੋਂ ਹੋਰ ਸਟੇਟਾਂ ਤੋਂ ਲਿਆ ਕੇ ਬੰਦੇ ਸਾਡੇ 'ਤੇ ਥਾਪੇ ਜਾ ਰਹੇ ਨੇ। ਉਹਦਾ ਕਾਰਨ ਸਾਡੀ ਬੇਸਮਝੀ, ਅਗਿਆਨਤਾ, ਸਾਡਾ ਉਸ ਪਾਸੇ ਧਿਆਨ ਹੀ ਨਹੀਂ ਹੈ, ਵਿੱਦਿਆ ਵਾਲੇ ਪਾਸੇ। ਮਹਾਰਾਜ ਨੇ ਕਿਹਾ ਮੇਰਾ ਖਾਲਸਾ ਸਾਰੇ ਪਾਸੇ ਤੋਂ ਸੁਚੇਤ ਹੋਵੇ, ਦੁਨਿਆਵੀ ਪੱਖ ਤੋਂ ਵੀ, ਰੂਹਾਨੀ ਪੱਖ ਤੋਂ ਵੀ, ਸਾਰੇ ਪਾਸੇ ਤੋਂ। ਨਾ ਤਾਂ ਦੁਨੀਆ ਦੇ ਪ੍ਰਪੰਚ ਵਿੱਚ ਖਚਤ ਹੋ ਜਾਵੇ, ਨਾ ਰੂਹਾਨੀਅਤ ਦੇ। ਇੱਧਰ ਵੀ ਸ਼ੁੱਧ ਮਨ ਨਾਲ ਚੱਲੇ, ਸਹੀ ਨੀਤ ਦੇ ਨਾਲ ਚੱਲੇ।
ਜੇਕਰ ਐਸਾ ਨਹੀਂ ਹੈ ਤੇ ਫਿਰ ਇਹ ਸਾਰਾ ਕੁਝ ਕੀਤਾ ਧਰਮ ਦੇ ਨਾਂ ਤੇ ਵਿਖਾਵਾ ਹੈ, ਠੱਗਬਾਜ਼ੀ ਹੈ, ਹੋਰ ਇਹ ਕੁਝ ਵੀ ਨਹੀਂ ਹੈ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਨੇ, ਸਿੰਘਚ ਭੋਜਨ ਜੋ ਨਰ ਜਾਣੈ, ਐਸੇ ਹੀ ਠੱਗ ਦਿਓ ਬਖਾਨੈ। ਜਿਵੇਂ ਸਿੰਘਚ ਭੋਜਨ, ਇਹਦੇ ਵਿਦਵਾਨਾਂ ਨੇ ਬਹੁਤ ਸਾਰੇ ਅਰਥ ਕੀਤੇ ਨੇ। ਮਹਾਨ ਕੋਸ਼ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਲਿਖਦੇ ਨੇ, ਜਦੋਂ ਸ਼ੇਰ ਬੁੱਢਾ ਹੋ ਜਾਂਦਾ ਹੈ ਨਾ, ਤਾਂ ਉਹ ਝਾੜੀਆਂ ਵਿੱਚ ਜਾਂ ਐਸੀ ਥਾਂ 'ਤੇ ਲੁਕ ਕੇ ਬੈਠ ਜਾਂਦਾ ਜਿੱਥੇ ਕਿਸੇ ਨੂੰ ਦਿਖਾਈ ਨਾ ਦੇਵੇ। ਜਦੋਂ ਕੋਈ ਜਾਨਵਰ ਜਾਂ ਕੋਈ ਬੰਦਾ ਉੱਥੋਂ ਲੰਘਦਾ ਹੈ, ਕਿਉਂਕਿ ਉਹਦੇ ਵਿੱਚ ਬਹੁਤੀ ਦੌੜ ਭੱਜ ਕਰਨ ਦੀ ਜਿਹੜੀ ਸ਼ਕਤੀ ਨਹੀਂ ਰਹਿ ਜਾਂਦੀ, ਫਿਰ ਉਹ ਛੁਪ ਕੇ ਬਹਿ ਜਾਂਦਾ ਹੈ। ਅਤੇ ਜਦੋਂ ਕੋਈ ਬੰਦਾ ਜਾਂ ਕੋਈ ਜਾਨਵਰ ਇਸ ਤਰ੍ਹਾਂ ਤੋਂ ਉਹਦੇ ਕੋਲ ਲੰਘਦਾ, ਇੱਕੋ ਦਮ ਝਪਟ ਮਾਰ ਕੇ ਉਹਨੂੰ ਮਾਰ ਲੈਂਦਾ ਹੈ। ਛੁਪ ਕੇ ਬੈਠ ਜਾਣਾ, ਦਾ ਲਾ ਕੇ ਬੈਠਣਾ, ਬਿਲਕੁਲ ਇਸੇ ਤਰ੍ਹਾਂ ਸਿੰਘਜ ਭੋਜਨ ਜੋ ਨਰ ਜਾਣਾ, ਜਿਹੜਾ ਮਨੁੱਖ ਹਰ ਸਮੇਂ ਦਾ ਲਾਉਣ 'ਤੇ ਬੈਠਾ ਹੈ ਵੀ ਕਿਸੇ ਦਾ ਹੱਕ ਕਿਵੇਂ ਖੋਹਣਾ ਹੈ, ਕਿਸੇ ਦਾ ਹੱਕ ਕਿਵੇਂ ਖੋਹਣਾ ਹੈ। ਭਗਤ ਨਾਮਦੇਵ ਜੀ ਕਹਿੰਦੇ, ਜਿਵੇਂ ਉਹ ਸ਼ੇਰ ਕਰਦਾ ਹੈ ਜਾਂ ਜਿਹੜਾ ਮਨੁੱਖ ਐਸੀ ਬਿਰਤੀ ਵਾਲਾ, ਐਸੇ ਹੀ ਠੱਗ ਦਿਓ ਬਖਾਨੈ। ਠੱਗ ਜਿਹੜਾ ਠੱਗਾਂ ਦਾ ਦੇਵਤਾ, ਜਿਹੜਾ ਠੱਗਾਂ ਦਾ ਗੁਰੂ ਹੈ, ਉਹ ਧਰਮ ਦਾ ਬਾਣਾ ਪਾ ਕੇ ਕੰਮ ਕਰਦਾ, ਹਰ ਸਮੇਂ ਦਾ ਲਾ ਕੇ ਬੈਠਾ ਰਹਿੰਦਾ ਹੈ। ਕਿਉਂਕਿ ਉਹ ਹੁਣ ਆਪਾਂ ਵੇਖਦੇ ਹਾਂ, ਉਹ ਸਮਾਂ ਨਹੀਂ ਰਿਹਾ ਕਿ ਤੁਰ ਫਿਰ ਕੇ ਉਗਰਾਹੀ ਕੀਤੀ ਜਾਵੇ। ਕਿਉਂਕਿ ਲੋਕ ਪਿੰਡਾਂ ਵਿੱਚ ਵੀ ਜਾਂ ਆਪਾਂ ਵੇਖਦੇ ਹਾਂ ਸੁਚੇਤ ਹੋ ਗਏ ਨੇ ਥੋੜ੍ਹੇ ਥੋੜ੍ਹੇ। ਹੁਣ ਫਿਰ ਉਹ ਆਪਣੇ ਡੇਰੇ 'ਤੇ ਉਸ ਤਰ੍ਹਾਂ ਦਾ ਡੇਰਾ ਬਣਾ ਲਿਆ, ਉਹ ਗੁਫਾ ਬਣਾ ਲਈ ਨਾ, ਉਹਦਾ ਆਸਰਾ ਲੈ ਕੇ ਲੋਕਾਂ ਨੂੰ ਠੱਗਦਾ ਵੀ ਆਓ ਜੀ, ਮੈਂ ਤਾਂ ਐਡਾ ਵੱਡਾ ਸਮਾਗਮ ਕਰ ਰਿਹਾ, ਬੜਾ ਧਰਮ ਦਾ ਨਾਂ ਕਰ ਰਿਹਾ, ਆਪਣਾ ਗੁਫਾ ਲਾ ਕੇ, ਆਪਣਾ ਆਸਣ ਲਾ ਕੇ ਬਹਿ ਜਾਣਾ। ਇਹ ਹੈ ਠੱਗਾਂ ਦਾ ਦੇਵਤਾ, ਠੱਗਾਂ ਦਾ ਗੁਰੂ, ਠੱਗਾਂ ਦਾ ਸ਼੍ਰੋਮਣੀ। ਇਹਦੇ ਕੋਲ ਭਗਤੀ ਭੁਗਤੀ ਕੋਈ ਨਹੀਂ ਹੈ। ਨਾਮੇ ਕੇ ਸੁਆਮੀ ਲਾਹੇ ਲੈ ਝਗੜਾ। ਭਗਤ ਨਾਮਦੇਵ ਜੀ ਕਹਿੰਦੇ, ਮੇਰੇ ਸੁਆਮੀ ਨੇ ਝਗੜਾ ਮੇਰੇ ਕੋਲੋਂ ਲਾਹ ਦਿੱਤਾ, ਵਿਸ਼ੇ ਵਿਕਾਰਾਂ ਦਾ, ਔਗਣਾਂ ਦਾ, ਝਗੜਾ ਦਾ ਲਾਹ ਦਿੱਤਾ। ਮੈਂ ਤਾਂ ਉਸ ਵਾਹਿਗੁਰੂ ਦਾ ਹੀ ਨਾਮ ਜਪਦਾ, ਪਰਮੇਸ਼ਵਰ ਦਾ ਨਾਮ ਜਪਦਾ। ਰਾਮ ਰਸਾਇਣ ਪੀਓ ਰੇ ਦਗਰਾ। ਦਗਰਾ ਸ਼ਬਦ ਦੇ ਵੀ ਬਹੁਤ ਅਰਥ ਕੀਤੇ ਨੇ। ਦਗਰਾ, ਦਗਾ ਦੇਣ ਵਾਲਾ, ਦਗਰਾ ਪੱਥਰ ਦਿਲ ਬੰਦਾ। ਜਿਹੜਾ ਠੱਗ ਹੁੰਦਾ ਹੈ ਉਹ ਬੜਾ ਕਠੋਰ ਦਿਲ ਹੁੰਦਾ ਹੈ। ਕਿਉਂ? ਵੇਖੋ, ਉਹਨੇ ਰਸਤੇ ਜਾਂਦਿਆਂ ਕਿਸੇ ਨਾਲ ਠੱਗੀ ਮਾਰਨੀ ਹੈ। ਕੋਈ ਪਤਾ ਨਹੀਂ ਆਪਣੇ ਬੱਚਿਆਂ ਦੀ ਸ਼ਾਇਦ ਫੀਸ ਹੀ ਜਮ੍ਹਾਂ ਕਰਾਉਣ ਜਾ ਰਿਹਾ ਸੀ, ਕੋਈ ਹਸਪਤਾਲ ਵਿੱਚ ਆਪਣੇ ਜਿਹੜਾ ਹੈ ਰੋਗੀ ਦਾ ਪਤਾ ਲੈਣ ਜਾ ਰਿਹਾ ਸੀ, ਉਹਨੂੰ ਕੋਈ ਮਦਦ ਦੇਣ ਜਾ ਰਿਹਾ ਸੀ, ਜਾਂ ਉਹਦਾ ਕੋਈ ਬਿੱਲ ਪੇ ਕਰਨ ਜਾ ਰਿਹਾ ਸੀ, ਕੋਈ ਕਿਸੇ ਜ਼ਰੂਰੀ ਕੰਮ ਜਾ ਰਿਹਾ ਸੀ। ਠੱਗ ਨੇ ਉਹਨੂੰ ਗੱਲਾਂ ਵਿੱਚ ਲਾ ਲਿਆ। ਉਹਨੇ ਸਾਰੀ ਗੱਲ ਦੱਸੀ ਵੀ ਇਹ ਪੈਸਾ ਮੇਰੇ ਕੋਲ ਹੈ, ਮੈਂ ਚੱਲਿਆ ਹਾਂ ਫਲਾਣੇ ਕੰਮ, ਆਪਣੀ ਧੀ ਦਾ ਵਿਆਹ ਰੱਖਿਆ ਹੈ ਜਾਂ ਕੋਈ ਐਸਾ ਕੰਮ। ਪਰ ਉਹ ਇੰਨਾ ਪੱਥਰ ਦਿਲ ਹੁੰਦਾ ਹੈ, ਉਹਨੂੰ ਪਤਾ ਹੁੰਦਾ ਵੀ ਇਹ ਪੈਸਾ ਇਸ ਬੰਦੇ ਵਾਸਤੇ ਕਿੰਨਾ ਜ਼ਰੂਰੀ ਹੈ, ਫਿਰ ਵੀ ਉਹ ਠੱਗੀ ਮਾਰ ਲੈਂਦਾ ਹੈ। ਭਗਤ ਨਾਮਦੇਵ ਜੀ ਕਹਿੰਦੇ ਹੈ, ਪੱਥਰ ਦਿਲ ਇਨਸਾਨ, ਇਹ ਪਖੰਡ ਨੂੰ ਛੱਡ, ਵਾਹਿਗੁਰੂ ਦੇ ਨਾਮ ਨੂੰ ਜਪ, ਪਰਮੇਸ਼ਵਰ ਦੇ ਨਾਮ ਨੂੰ ਜਪ। ਇੰਨਾ ਪੱਥਰ ਦਿਲ ਹੋ ਗਿਆ। ਵੇਖੋ ਬਾਣੀ ਕਿੰਨਾ ਉਪਦੇਸ਼ ਕਰਦੀ ਹੈ। ਅਜੇ ਵੀ ਇਸ ਮਾਰਗ ਦਾ ਪੰਧ ਹੀ ਨਹੀਂ ਬਣਦਾ, ਅਜੇ ਵੀ ਆਪਣੇ ਜਿਹੜਾ ਹੈ ਸੰਸਾਰ ਦੇ ਵਿਸ਼ੇ ਵਿਕਾਰਾਂ ਵਿੱਚ ਹੀ ਲੱਗਾ ਹੋਇਆ ਹੈ। ਇਸ ਤਰ੍ਹਾਂ ਭਗਤ ਨਾਮਦੇਵ ਜੀ ਪਾਵਨ ਸ਼ਬਦ ਦੁਆਰਾ ਉਪਦੇਸ਼ ਦਿੱਤਾ ਹੈ। ਅਗਾਧ ਬੋਧ ਬਾਣੀ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।